ਇਹ ਤਸਵੀਰਾਂ ਨੇ ਕਸਬਾ ਨਵਾਂ ਗਰਾਉਂ ਦੀਆਂ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਥੇ ਦੋ ਦੁਕਾਨਦਾਰਾਂ ਦੀ ਆਪਸੀ ਲੜਾਈ ਹੋ ਜਾਂਦੀ ਹੈ ਤੇ ਲੜਾਈ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤੇ ਦੋਵਾਂ ਦੁਕਾਨਦਾਰਾਂ ਵੱਲੋਂ ਇੱਕ ਦੂਜੇ ਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਗਾਏ ਜਾਂਦੇ ਨੇ। ਇੱਥੋਂ ਤੱਕ ਕਿ ਇੱਕ ਦੁਕਾਨਦਾਰ ਦਾ ਕਹਿਣਾ ਹੈ ਕਿ ਉਸਦੇ ਗੱਲੇ ਦੇ ਵਿੱਚ ਪਈ रकम भी उस दिन गायब की गई सी। ते आओ लै चलते हाँ दोवें दुकानदारां दे कोल ते गलबात करवाउने आ दोवां दुकानदारां दे नाल कि इस लड़ाई दी मेन वजह की सी, क्यों यह मामूली जही तकरारबाजी झगड़े का रूप धारण कर गई अते पुलिस प्रशासन तक दोवां धिरां नूं जाना पिया। आओ गलबात कराउने आ दुकानदारां नाल ते प्रशासन नाल की कहा उन्हां इस केस दे बारे विच। कुछ दुकानदारां दी आपसी लड़ाई हुई, लड़ाई दा कारण की सी ओह भी जाणांगे। दस दईए कि इस टाइम असीं मनी माजरा दे विच मौजूद हां, जिथे कि एक जो नवां ग्राउं दे विच जुत्तियां दी दुकान करते हैं वो साडे नाल इत्थे मौजूद ने ते दूसरी धिर नवां ग्राउं दे विच रहिंदी है, वो उन्हां दी कपड़े दी शॉप है। लड़ाई दा मुख कारण की बनिया वो भी जाणदे आ, पर इत्थे दस दईए कि दोवें धिरां वल्लों इस झगड़े दे विच जो प्रशासन नूं दस्सिया गया उस दे विच काफ़ी गल्लां बातां इल्ज़ाम काफ़ी एक दूजे ते लाए गए ने कि साडा इन्ना नुकसान होया जां साडा इन्ना पैसा चुक्या गया। सारियां सच्चाइयां सामने लियावांगे, प्रशासन नाल भी गलबात करांगे ते दूजी धिर नाल भी गलबात करांगे कि वजह की सी ते की नुकसान होए ने कि किन्नियां क गल्लां की होया सी हादसा ते वजह की बनी। वजह ये थी जी मेरी जूते की सेल 4 साल 5 साल तो लगती आ रही हैगी है ਤੇ ਬਾਅਦ ਇੱਦਾਂ ਹੋਈ ਉਹ ਬੰਦਾ ਆਇਆ ਮੇਰਾ ਸਾਰਾ ਸਮਾਨ ਚੱਕ ਕੇ ਉਹਨੇ ਬਾਹਰ ਗੇਟ ਤੇ ਹੈਗਾ ਜੀ ਸਾਰਾ ਟੋਟਲੀ ਜਿੰਨੇ ਮੇਰੇ ਜੁੱਤੇ ਜਾਤੇ ਵਗੈਰਾ ਪਏ ਸੀ ਸਾਰੇ ਉਹਨੇ ਚੱਕ ਕੇ। ਮੈਂ ਕਿਹਾ ਤੂੰ ਯਾਰ ਕਮੇਟੀ 'ਚ ਤੂੰ ਜਾ ਕੇ ਚਲੇ ਜਾ, ਮੇਰੀ ਕੰਪਲੇਂਟ ਕਰ ਦੇ ਵਹਾਂ ਜਾ ਕੇ, ਤੈਨੂੰ ਦਿੱਕਤ ਹੈਗੀ ਮੇਰੇ ਤੋਂ ਕੋਈ ਤਾਂ ਕਮੇਟੀ। ਨਜਮੂਲ ਖਾਨ ਹੈ, ਨਜਮੂਲ। ਉਹ ਬੰਦਾ ਮੈਨੂੰ ਕਹਿੰਦਾ ਵੀ ਨਹੀਂ ਮੈਂ ਖੁਦ ਹੀ ਕਰ ਲੂੰਗਾ ਸਾਰਾ ਕੁਝ ਕੀ ਤਾਂ ਤੈਨੂੰ ਮੈਂ ਉਹਦੀ ਕੱਪੜੇ ਦੀ ਦੁਕਾਨ ਹੈਗੀ ਹੈ ਜੀ। ਤੇ ਉਹਨੇ ਮੇਰਾ ਸਮਾਨ ਸਮੂਨ ਚੱਕ ਕੇ ਪਰੇ ਸੁੱਟ ਦਿਆ ਸੜਕ 'ਤੇ। ਸਾਰੀ ਪਬਲਿਕ ਨੇ ਦੇਖਿਆ ਹੈਗਾ ਜੀ, ਪੂਰੀ ਮਾਰਕੀਟਾਂ ਨੇ ਦੇਖਿਆ ਕਿ ਉਹ ਕਿੱਦਾਂ ਸੁੱਟ ਰਿਹਾ, ਜਿੱਦਾਂ ਬਦਮਾਸ਼ ਹੁੰਦੇ ਆ ਉੱਦਾਂ ਹੀ ਸਿੱਟ ਰਿਹਾ ਹੈਗਾ। ਮੈਂ ਉਹਨੂੰ ਕਿਹਾ ਮੈਂ ਕਿ ਵੀਰ ਮੇਰੇ ਤੈਨੂੰ ਬਹੁਤ ਮਹਿੰਗਾ ਪਊਗਾ, ਤੂੰ ਇੱਦਾਂ ਨਾ ਮੇਰੇ ਨਾਲ ਗੱਲ ਕਰ ਵੀ ਇਹ ਠੀਕ ਨਹੀਂ ਹੈਗੀ ਹੈ। ਮੇਰੇ ਤੋਂ ਮੈਂ ਜ਼ਬਰਦਸਤੀ ਕਰ ਰਿਹਾ, ਮੇਰੇ ਨਾਲ ਸਮਾਨ ਚੱਕ ਕੇ ਮਾਰ ਰਿਹਾ ਹੈਗਾ। ਕੁਦਰਤੀ ਮੇਰਾ ਬੇਟਾ ਵੀ ਉੱਥੇ ਹੀ ਆ ਗਿਆ ਸੀ ਤੇ ਉਸਕੇ ਬਾਅਦ ਉਹ ਡੰਡਾ ਚੱਕ ਲਿਆ ਰੋਡ ਜੀ ਅੰਦਰ ਤੋਂ। ਉਹ ਰੋਡ ਨਾਲ ਉਹਨੇ ਸਾਡੇ 'ਤੇ ਹਮਲਾ ਕਰ ਰਿਹਾ ਸੀ ਆਪਣੇ ਬਚਾਅ ਵਾਸਤੇ। ਫਿਰ ਉਹ ਅਸੀਂ ਵੀ ਕੁਝ ਕਰਨਾ ਸੀ ਉਹਦੇ ਬਚਾਅ ਵਾਸਤੇ, ਉਹਦੇ ਵੀ ਲੱਗੀ ਹੈਗੀ। ਫਿਰ ਅਸੀਂ ਉਹਨਾਂ ਦੇ ਹੋਰ 5-10 ਬੰਦੇ ਆ ਗਏ, ਤਲਵਾਰਾਂ ਰੌੜਾ ਅਤੇ ਉਹਨਾਂ ਦੇ ਚਾਕੂ ਸੀ ਹੱਥ 'ਚ ਬੰਦਿਆਂ ਦੇ। ਉਹ ਸਰਿਆਮ ਮਾਰਕੀਟ 'ਚ ਸਭ ਨੂੰ ਪਤਾ ਹੈ ਕਿ ਉਹਨਾਂ ਦੇ ਹੱਥ 'ਚ ਚਾਕੂ ਸੀ ਅਤੇ ਉਹਨੇ ਮੇਰੇ ਬੇਟੇ ਦੇ ਪਿੱਛੇ ਗਰਦਨ 'ਤੇ ਮਾਰਿਆ ਹੈਗਾ, ਚੰਗੀ ਤਰ੍ਹਾਂ ਮਾਰਿਆ। ਅਤੇ ਮੇਰਾ ਬੇਟਾ ਅਤੇ ਮੈਂ ਦੋਨੋਂ ਸੀ, ਹੋਰ ਕੋਈ ਸਾਡੇ ਨਾਲ ਕੋਈ ਬੰਦਾ ਨਹੀਂ ਸੀ। ਲੇਕਿਨ ਉਹਨਾਂ ਨੇ ਬਹੁਤ ਜ਼ਿਆਦਾ ਪਿੱਛੇ ਚਾਕੂ ਮਾਰ ਕੇ ਮੇਰਾ ਬੇਟਾ ਕਹਿੰਦਾ ਡੈਡੀ ਮੈਨੂੰ ਹੁਣ ਤੁਸੀਂ ਮੈਨੂੰ ਲੈ ਜਾਓ, ਮੈਨੂੰ ਚੱਕਰ ਆ ਰਿਹਾ ਕਿ ਮੈਂ ਬੇਹੋਸ਼ ਹੋਣ ਵਾਲਾ, ਤੁਸੀਂ ਮੈਨੂੰ ਇੱਥੇ 16 ਲੈ ਚਲੋ। ਅਤੇ ਅਸੀਂ ਫਿਰ ਉਹ ਇੱਥੇ ਮੈਂ ਬੇਟਾ ਕਰੇ ਵੀ ਚਲੋ ਵੀ ਚੱਲਦੇ ਆ। ਉਹਦੇ ਗੁੱਟ 'ਤੇ ਵੀ ਚੋਟ ਲੱਗੀ ਹੈਗੀ ਹੈ, ਗੁੱਟ ਵੀ ਉਹਦਾ ਟੁੱਟ ਗਿਆ ਇੱਕ। ਉਹਦੇ ਸਾਰਾ ਕੁਝ ਹੁਣ ਵੀ ਇੱਦਾਂ ਫਰੈਕਚਰ ਹੈਗਾ, ਉਹ ਤੁਸੀਂ ਮੈਂ ਦਿਖਾ ਦੂੰਗਾ ਬੇਟੇ ਨੂੰ ਸਾਰਾ ਕੁਝ, ਉੱਤੇ ਤੁਸੀਂ ਰਿਕਾਰਡ ਕਰ ਲੈਣਾ ਜਿੱਦਾਂ ਵੀ ਹੋਏਗੀ। ਤਾਂ ਮੇਰੇ ਕਹਿਣ ਦਾ ਮਤਲਬ ਵੀ ਅਸੀਂ ਉਹ ਕੰਪਲੇਂਟ ਵੀ ਲਿਖਾਉਣ ਨਹੀਂ ਗਏ, ਸਾਨੂੰ ਟਾਈਮ ਨਹੀਂ ਲੱਗਿਆ ਹੈਗਾ। ਪਹਿਲਾਂ ਅਸੀਂ ਹੌਸਪੀਟਲ ਲੈ ਗਏ ਕਿਉਂਕਿ ਉਹਦੀ ਸੀਰੀਅਸ ਰਿਪੋਰਟ ਕੰਡੀਸ਼ਨ ਖਰਾਬ ਹੋ ਗਈ ਸੀ ਬੇਟੇ ਦੀ। ਮੈਂ ਉਹਨੂੰ ਸਿੱਧਾ ਸੈਕਟਰ 16 ਲੈ ਕੇ ਗਿਆ, ਉੱਥੇ ਜਾ ਕੇ ਅਸੀਂ ਟਰੀਟਮੈਂਟ ਸ਼ੁਰੂ ਕੀਤਾ। ਜਾ ਕੇ ਉਹਨਾਂ ਨੇ ਫਿਰ ਦੱਸਿਆ ਵੀ ਜ਼ਖਮ ਜ਼ਿਆਦਾ ਗਹਿਰੇ ਲੱਗੇ ਹੋਏ ਨੇ ਅਤੇ ਉਹਨਾਂ ਨੇ ਆਪਣੇ ਮੁਤਾਬਿਕ ਜੋ ਕਾਰਵਾਈ ਕਰਨੀ ਸੀ ਕਰਤੀ ਹੈਗੀ। ਦੱਸਿਆ ਸੀ ਕਿ ਇਹ ਪੁਲਿਸ ਕੇਸ ਹੈ? ਹਾਂਜੀ ਉਹਨਾਂ ਦੱਸਿਆ ਤਾਂ ਉਹਨੇ ਕਾਰਵਾਈ ਕਰੀ ਸੀ, ਉਹਨਾਂ ਦਾ ਬੰਦਾ ਵੀ ਆਇਆ ਸੀ, ਚੰਡੀਗੜ੍ਹ ਪੁਲਿਸ ਦਾ ਬੰਦਾ ਆਇਆ ਸੀ, ਉਹਨੇ ਕੀਤੀ ਕਾਰਵਾਈ ਕੀਤੀ ਹੈ। ਅਤੇ ਉਸ ਤੋਂ ਬਾਅਦ ਫਿਰ ਉਹ ਹੁਣ ਬਾਅਦ 'ਚ ਹੁਣ ਉਹਦੇ ਭੇਜੀ ਉਹਨਾਂ ਜੋ ਕਹਿੰਦੇ ਅਸੀਂ ਮੈਡੀਕਲ ਵਗੈਰਾ ਉਹਨਾਂ ਨੂੰ ਭੇਜ ਦਿੱਤਾ ਹੈਗਾ ਉੱਥੇ ਥਾਣੇ 'ਚ। ਅਤੇ ਉਸ ਤੋਂ ਬਾਅਦ ਹੁਣ ਸਾਡਾ ਉਹਨਾਂ ਦੇ ਜਿਵੇਂ ਹੁਣ ਅਸੀਂ ਸੁਣਿਆ ਹੈ, ਮਤਲਬ ਅਖਬਾਰਾਂ ਦੇ ਵਿੱਚ ਵੀ ਪੜ੍ਹਿਆ ਹੈ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਪੈਸੇ ਪੂਸੇ ਦਾ ਵੀ ਕੋਈ ਉੱਥੇ ਗੱਲਾ ਗੁੱਲਾ ਉਹਨਾਂ ਦਾ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਵੀ ਪੈਸੇ ਚੁੱਕੇ ਨੇ? ਨਹੀਂ ਇੱਦਾਂ ਦੀ ਕੋਈ ਵੀਰ ਜੀ ਕੋਈ ਗੱਲ ਨਹੀਂ ਹੋਈ, ਨਾ ਅਸੀਂ ਚੋਰ ਹੈਗੇ ਨਾ ਅਸੀਂ ਸਾਡਾ ਸਾਰਾ ਮਾਹੌਲ ਸਾਰਾ ਠੀਕ ਹੈ। ਅਸੀਂ ਕੋਈ ਚੋਰੀ ਕਰਨ ਵਾਲੇ ਬੰਦੇ ਸੀ, ਮੇਰਾ ਬੇਟਾ ਸੀ ਔਰ ਮੈਂ ਸੀ, ਦੋਨੋਂ ਜਣੇ ਸੀ। ਕੋਈ ਅਸੀਂ ਚੋਰੀ ਡਕੈਤੀ ਵਾਲਾ ਕੰਮ ਨਹੀਂ ਕਿ ਨਾ ਉਹਨਾਂ ਦੀ ਅਸੀਂ ਦੁਕਾਨ ਦੇ। ਅਸੀਂ ਸਿਰਫ 2 ਬੰਦੇ ਸੀ ਜੀ ਉੱਥੇ, 2 ਬੰਦੇ ਤੋਂ ਉਹਨਾਂ ਨੇ ਹਮਲਾ ਕੀਤਾ। ਉਹਨਾਂ ਦੇ ਘੱਟ ਤੋਂ ਘੱਟ 15 ਬੰਦੇ ਆਏ, ਉਹਨਾਂ ਦੇ ਕੋਲ ਸਾਰੇ ਕੋਲ ਹਥਿਆਰ ਸੀਗੇ ਜੀ, ਜਿੰਨੇ ਵੀ ਬੰਦੇ ਸੀਗੇ ਟੋਟਲ।
ਤੇ ਲੇਕਿਨ ਅਸੀਂ ਕੋਈ ਚੋਰੀ ਦਾ ਉਹਨਾਂ ਦੇ ਕੋਈ ਪ੍ਰੂਫ ਦਿਖਾ ਦੇਣ ਸਾਨੂੰ ਕੋਈ ਵੀ, ਹਾਂ ਵੀ ਇਹ ਚੋਰੀ ਕਰਦੇ ਅੰਦਰ ਵੱਡੇ, ਸਾਡੀ ਉਹਦੀ ਦੁਕਾਨ ਦੇ ਅੰਦਰ ਵੀ ਨਹੀਂ ਅਸੀਂ ਬੜੇ, ਲੜਾਈ ਹੋਈ ਮੇਰੀ ਦੁਕਾਨ ਦੇ ਅੱਗੇ ਲੜਾਈ ਹੋਈ ਆ। ਕੋਈ ਸੀਸੀ ਕੈਮਰੇ ਹੈਗੇ ਉਹਨਾਂ ਦੇ ਖੁਦ ਦੁਕਾਨ ਤੇ ਲੱਗਿਆ ਹੋਇਆ ਜੀ, ਕੈਮਰਾ ਬਾਹਰ ਅੰਦਰ ਸਾਹਮਣੇ ਭੱਟ ਦੀ ਦੁਕਾਨ ਤੇ ਲੱਗਿਆ, ਕਈ ਕੈਮਰੇ ਹੈਗੇ ਤੇ ਉੱਥੇ ਲੱਗੇ ਹੋਏ, ਔਰ ਸਿਟੀ ਫੁਟੇਜ ਕੱਢੋਗੇ ਤਾਂ ਅਸੀਂ ਆ ਜਾਣੀ ਹੈ। ਜੇ ਆਪਾਂ ਕੈਮਰੇ 'ਚ ਕੱਢੂਗੇ ਤਾਂ ਸਾਰਾ ਟੋਟਲ ਰਿਕਾਰਡ ਆ ਜਾਏਗਾ ਵੀ ਕਿੱਥੇ ਕਿਆ ਹੋਇਆ। ਅਗਰ ਅਸੀਂ ਗੁਨਾਹਗਾਰ ਹੈ ਤਾਂ ਅਸੀਂ ਦੇਖ ਲੂੰਗੇ, ਤੁਸੀਂ ਉਸਕੇ ਅੰਦਰ ਕਰ ਸਕਦੇ ਹੋ ਜੀ। ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ? ਨਹੀਂ, ਪ੍ਰਸ਼ਾਸਨ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ, ਕੋਈ ਅਜੇ ਕੋਈ ਕਾਰਵਾਈ ਨਹੀਂ ਉਹਨਾਂ ਨੇ ਕੋਈ ਲਿਖਤੀ। ਅਸੀਂ ਦਰਖਾਸਤ ਦੇ ਕੇ ਆਏ, ਮੈਂ 5:30 6 ਵਜੇ 7 ਵਜੇ ਅਸੀਂ ਕੰਪਲੀਟ ਕਰਕੇ ਆਏ ਕਿ ਮੇਰਾ ਬੇਟਾ ਜ਼ਿਆਦਾ ਸੀਰੀਅਸ ਹੋ ਗਿਆ ਸੀ, ਇਸ ਕਰਕੇ ਅਸੀਂ ਕੰਪਲੀਟ ਲੇਟ ਲਿਖਵਾਈ ਹੈ। ਕੀ ਕਿਹਾ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ? ਪ੍ਰਸ਼ਾਸਨ ਵੱਲੋਂ ਤਾਂ ਕੁਝ ਨਹੀਂ ਕਿਹਾ ਗਿਆ, ਜੇ ਕੋਈ ਉਹਨਾਂ ਦਾ ਕੋਈ ਬੰਦਾ ਸਾਡੇ ਕੋਲ ਕੁਝ ਬਿਆਨ ਨਹੀਂ ਲੈਣ ਆਇਆ, ਸਾਡੇ ਕੁਝ ਨਹੀਂ ਲੈਣ ਆਇਆ। ਅਸੀਂ ਤਾਂ ਇਦਾਂ ਹੀ ਫਿਲਹਾਲ ਬੈਠੇ ਹਾਂ ਕਿ ਘਰ ਮੇਰੇ ਬੇਟੇ ਨੂੰ ਛੁੱਟੀ ਕਰਦੀ ਸੀ, ਇਕੱਲੀ ਛੁੱਟੀ ਕਰਦੀ ਸੀ ਕਿ ਜਾਓ, ਤੇ ਅਸੀਂ ਹੁਣ ਘਰ ਆ ਗਏ ਸੀ। ਉਹ ਜਿਹੜਾ ਕਹਿੰਦੇ ਵੀ ਸਾਡੇ, ਉਹ ਜਾਣਬੁੱਝ ਕੇ ਉਹਨਾਂ ਨੇ ਬਲੇਮ ਲਗਾਇਆ ਕਿ ਮੈਂ ਸਾਡਾ 7-8 ਲੱਖ ਰੁਪਇਆ ਲੈ ਗਏ ਆ। ਉਹ ਤੁਸੀਂ ਫੁਟੇਜ ਤੇ ਦੇਖ ਸਕਦੇ ਹੋ ਵੀ ਕहीं ਅਸੀਂ ਉਹਨਾਂ ਦੀ ਦੁਕਾਨ ਦੇ ਅੰਦਰ ਬਿਲਕੁਲ ਵੀ ਐਂਟਰੀ ਨਹੀਂ ਕੀਤੀ ਹੈਗੀ, ਨਾ ਸਾਡੇ ਨਾਲ ਕੋਈ ਬਦਮਾਸ਼ ਗੁੰਡੇ ਸੀਗੇ। ਤੁਸੀਂ ਦੋਨੋਂ ਸੀ ਬਸ? ਅਸੀਂ ਦੋਨੋਂ ਹੀ ਸੀ ਜੀ ਸਰ। ਅੱਛਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਉੱਥੇ ਦੁਕਾਨ ਹੈ, ਤੁਸੀਂ ਥੋੜੀ ਕੋਈ ਆਪਸੀ ਪੁਰਾਣੀ ਰੰਜਿਸ਼ ਹੈ ਜਾਂ ਮਤਲਬ ਕੋਈ ਸਿਰਫ ਇਸ ਫੜੀ ਨੂੰ ਲੈ ਕੇ ਜਿਹੜੀ ਤੁਸੀਂ ਦੱਸ ਰਹੇ ਸੀ? ਨਾਲ ਕੋਈ ਸਾਡੀ ਉਹ ਕਦੀ ਅੱਜ ਤੱਕ ਜ਼ਿੰਦਗੀ 'ਚ ਕਦੀ ਲੜਾਈ ਨਹੀਂ, ਸਾਡੇ ਨਾਲ ਬੋਲਦੇ ਸੀ, ਚੰਗੀ ਤਰ੍ਹਾਂ ਬੋਲਦੇ ਸੀ। ਕੁਦਰਤੀ ਅਚਾਨਕ ਪਤਾ ਨਹੀਂ ਉਹਦਾ ਐਕਚੁਅਲੀ ਉਹਨਾਂ ਦਾ ਕੋਈ ਥੋੜਾ ਘਰ ਦਾ ਮੈਟਰ ਖਰਾਬ ਹੋਇਆ, ਉਹਦੀ ਵਜ੍ਹਾ ਤੇ ਉਹ ਨਹੀਂ, ਉਹ ਅਪਸੈਟ ਹੋਇਆ, ਉਹਦਾ ਦਿਮਾਗ ਕੰਮ ਨਹੀਂ ਕਰਦਾ ਹੈਗਾ, ਜਿਸ ਤੇ ਉਹਨੇ ਇਹ ਕਾਰਵਾਈ ਕੀਤੀ ਹੈ। ਲੇਕਿਨ ਮੇਰੇ ਨਾਲ ਕਦੀ ਅੱਜ ਤੱਕ ਉਹਨੇ ਗਲਤ ਗੱਲ ਨਹੀਂ ਕੀਤੀ ਹੈ, ਨਾ ਕਦੀ ਅੱਜ ਤੱਕ ਸਾਡੀ ਲੜਾਈ ਹੋਈ ਹੈਗੀ। ਲੇਕਿਨ ਉਹ ਘਰ ਦੀ ਪਰੇਸ਼ਾਨੀ ਦੇ ਕਾਰਨ, ਤੋਂ ਕੰਮ ਉਹਨਾਂ ਦਾ ਥੋੜਾ ਜਿਹਾ ਘੱਟ ਹੈ, ਇਸ ਦੇ ਕਾਰਨ ਉਹ ਪਰੇਸ਼ਾਨ ਹੋਣੇ ਕੇ ਨਾਤੇ ਸਾਡੇ ਉੱਪਰ ਹਮਲਾ ਕਰਦੇ ਉਹਨੇ। ਕੋਈ ਆਸ-ਪਾਸ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਾਜ਼ਾਰ ਦੇ ਵਿੱਚ ਤੁਹਾਡੀ ਸ਼ਾਪ ਹੈ ਇਹ, ਆਂਢੀ ਗੁਆਂਢੀ ਵੀ ਨਹੀਂ ਆਏ, ਛਡਾਉਣ ਵੀ ਨਹੀਂ ਆਏ? ਆਂਢੀ ਗੁਆਂਢੀ ਦਾ ਦੇਖੋ ਇਸ ਤਰ੍ਹਾਂ, ਜਦ ਤੱਕ ਸਾਡੀ ਲੜਾਈ ਹੁੰਦੀ ਰਹੀ ਕੋਈ ਗੁਆਂਢੀ ਫਿਲਹਾਲ ਤਾਂ ਉੱਥੇ ਸਾਨੂੰ ਨਜ਼ਰ ਨਹੀਂ ਆਇਆ। ਬਾਕੀ ਮਾਰਕੀਟ ਦੇ ਬਾਅਦ ਜਦ ਸਾਡੇ ਚਾਕੂ ਮਾਰੇ ਹੈ, ਉਸ ਤੋਂ ਬਾਅਦ ਸਾਰੇ ਮਾਰਕੀਟ ਦੇ ਬੰਦੇ ਕਾਫੀ ਇਕੱਠੇ ਹੋ ਗਏ, ਉਹਨਾਂ ਨੂੰ ਫੜਿਆ ਉਹਨਾਂ ਨੇ। ਮਾਰਕੀਟ ਦੇ ਬੰਦੇ ਸੀ, ਮੇਰੇ ਕਸਟਮਰ ਵੀ ਬੈਠੇ ਸੀ ਦੁਕਾਨ 'ਚ, ਤੇ ਉਹਨਾਂ ਨੇ ਫੜਿਆ, ਫਿਰ ਅਸੀਂ ਬਚਿਆ ਨਹੀਂ, ਅਦਰਵਾਈਜ਼ ਸਾਡੇ ਬਚਣ ਦੇ ਕੋਈ ਚਾਂਸ ਨਹੀਂ ਸੀ, ਸਾਨੂੰ ਉਸੇ ਟਾਈਮ ਮਾਰ ਦਿੰਦੇ ਦੋਨਾਂ ਨੂੰ। ਤੇ ਮੇਰਾ ਬੇਟਾ ਕਹਿੰਦਾ ਵੀ ਉਸੇ ਡੈਡੀ ਉਨਕੇ ਪਾਸ ਸਾਰਿਆਂ ਕੋਲ ਹਥਿਆਰ ਹੈਗੇ ਆ, ਕੁਲਹਾੜੀ ਹੈਗੀ ਹੈ ਤੇ ਤਲਵਾਰ ਹੈਗੀ ਹੈ, ਔਰ ਦੋਨੋਂ ਬੰਦਿਆਂ ਕੋਲ ਚਾਕੂ ਸੀ। ਉਹਦਾ ਜਿਹੜਾ ਚਾਕੂ ਚਲਾਣੇ ਵਾਲਾ ਮੇਨ ਹੈਗਾ, ਉਹਨਾਂ ਦਾ ਭਾਂਜਾ ਹੈਗਾ, ਜਿਹੜਾ ਛੋਟਾ ਵੱਡਾ ਭਾਂਜਾ ਸੀ ਉਹਨਾਂ ਦਾ, ਉਹਨਾਂ ਦੀ ਫੋਟੋ ਸਭ ਕੁਝ ਹੈਗੀ ਆ। ਉਹ ਜਿਹੜਾ ਅੰਦਰ ਮੇਰੀ ਦੁਕਾਨ 'ਚ ਵੜ ਕੇ ਉਹਨਾਂ ਨੇ ਮੇਰੇ ਸ਼ੀਸ਼ੇ ਤੋੜੇ, ਮੇਰਾ ਨੁਕਸਾਨ ਕੀਤਾ, ਕੈਂਪਰ ਪਾਣੀ ਦਾ ਪਿਆ ਸੀ, ਉਹ ਬਾਹਰ ਮੇਰੀ ਸ਼ੋ ਵਿੰਡੋ ਸ਼ੀਸ਼ੇ ਦੀ ਪਈ ਆ, ਉਹਨੇ ਤੋੜੀ ਹੈਗੀ, ਉਹਨਾਂ ਨੇ ਮਿਲ ਕੇ ਸਾਰੇ ਬੰਦਿਆਂ ਨੇ ਤੋੜੀ ਹੈ। ਉਹਦੀ ਸੀਸੀ ਫੁਟੇਜ ਮੇਰੇ ਕੋਲ ਹੈਗੀ। ਜੋ ਕਿੰਨਾ ਕੁ ਨੁਕਸਾਨ ਤੁਹਾਡਾ? ਨੁਕਸਾਨ ਤਾਂ ਮੇਰਾ ਕਾਫੀ ਕੀਤਾ ਜੀ, ਮੇਰੇ ਸਾਰੇ ਜੋੜੇ ਤੋੜਦੇ, ਬਾਹਰ ਅੱਧਾ ਸਮਾਨ ਤਾਂ ਲੋਕੀ ਮੇਰੇ ਕੋਲ ਚੱਕ ਲੈ ਗਏ ਹੋਣੇ, ਬਾਹਰ ਤੋਂ ਸਾਰਾ ਫੱਟੇ ਫੁੱਟੇ ਮੇਰੇ ਸੁੱਟਤੇ ਆ। ਬਾਹਰ ਤੋਂ ਸਮਾਨ ਮੈਂ ਦੁਕਾਨ ਤੇ ਨਹੀਂ ਆ, ਕਿਉਂਕਿ ਮੈਂ ਆਪਣੇ ਬੇਟੇ ਕੋਲ, ਮੇਰੇ ਕੋਲ ਐਕਸਟਰਾ ਬੰਦਾ ਵੀ ਕੋਈ ਨਹੀਂ ਸੀ, ਮੇਰੇ ਕੋਲ ਵਰਕਰ ਵੀ ਕੋਈ ਨਹੀਂ ਸੀ, ਤੇ ਮੈਂ ਤਾਂ ਹਸਪੀਟਲ ਸੀ। ਮੇਰੀ ਦੁਕਾਨ ਸਾਰੀ ਰਾਤ 8 ਵਜੇ ਤੱਕ ਖੁੱਲੀ ਰਹੀ ਆ, ਕੋਈ ਉਹਨੂੰ ਦੇਖਣੇ ਵਾਲਾ ਕੋਈ ਨਹੀਂ ਸੀ ਉੱਥੇ। ਸਮਾਨ ਉੱਦਾਂ ਹੀ ਵਿਖਰਿਆ ਪਿਆ ਸੀ, ਉੱਦਾਂ ਹੀ ਉਹਨਾਂ ਦੇ ਮੁਲਾਜ਼ਮ ਆਏ ਆ ਥਾਣੇ 'ਚ, ਉਹਨੂੰ ਫੋਟੋਆਂ ਖਿੱਚ ਕੇ ਲੈ ਗਏ ਨੇ, ਬਕਾਇਦਾ ਸਾਰੇ ਮੋਬਾਈਲ 'ਚ ਰਿਕਾਰਡ ਹੈ ਉਹਨਾਂ ਦੇ, ਜਿਹੜੇ ਆਪਾਂ ਉੱਥੇ ਦੇ ਆਏ ਸੀ ਨੇਗਰੋਂ, ਤੇ ਉਹਨਾਂ ਨੇ ਸਾਰੀ ਰਿਕਾਰਡ ਕੀਤੀ ਹੈ। ਤੇ ਉਸ ਤੋਂ ਬਾਅਦ ਹੀ ਉਸ ਬੰਦੇ ਨੇ, ਇੱਕ ਜਿਹੜਾ ਸਭ ਤੋਂ ਵੱਡਾ ਭਰਾ ਉਹਨਾਂ ਦਾ ਖਾਨ, ਉਹਨੇ ਫਿਰ ਮੈਨੂੰ ਧਮਕੀ ਦਿੱਤੀ ਹੈ, ਇੱਦਾਂ ਇਸ਼ਾਰਾ ਕਰਕੇ, ਇਸ਼ਾਰੇ 'ਚ ਮੈਨੂੰ ਧਮਕੀ ਦਿੱਤੀ ਹੈ ਕਿ ਵੀ ਤੁਹਾਨੂੰ ਦੇਖ ਲੂੰਗਾ। ਯਾਨੀ ਕਹਿਣ ਦਾ ਮਤਲਬ ਮੇਰਾ ਹੈ ਕਿ ਮੈਂ ਤੁਹਾਨੂੰ ਦੇਖ ਲੂੰਗਾ। ਜਿਹੜੀ ਉਹਨੂੰ ਮੈਨੂੰ ਮੈਨੂੰ ਡਰਾਤਿਆ, ਇਸ਼ਾਰੇ 'ਚ ਮੈਨੂੰ ਡਰਾਤਿਆ ਉਹਨਾਂ ਨੇ। ਤੁਸੀਂ ਪ੍ਰਸ਼ਾਸਨ ਕੋਲ ਗਏ ਸੀ? ਪ੍ਰਸ਼ਾਸਨ, ਜਿਵੇਂ ਤੁਸੀਂ ਦੱਸਿਆ ਕਿ ਕੱਲ ਤੁਹਾਡਾ ਬੇਟਾ ਦਾਖਲ ਸੀ, ਕੱਲ ਵੀ ਨਹੀਂ ਪ੍ਰਸ਼ਾਸਨ ਪਹੁੰਚਿਆ? ਪ੍ਰਸ਼ਾਸਨ ਮੇਰੇ ਕੋਲ ਕੋਈ ਨਹੀਂ ਪਹੁੰਚਿਆ ਜੀ। ਪ੍ਰਸ਼ਾਸਨ ਨਾ ਪੰਜਾਬ ਦਾ ਕੋਈ ਬੰਦਾ ਆਇਆ, ਨਾ ਕੋਈ ਪੁਲਿਸ ਵਾਲਾ ਅੱਜ ਤੱਕ, ਹੁਣ ਤੱਕ ਵੀ ਮੇਰੇ ਕੋਲ ਕੋਈ ਨਹੀਂ ਆਇਆ ਹੈਗਾ ਜੀ। ਕੋਈ ਕਾਲ ਮੇਰੇ ਕੋਲ, ਮਿਸ ਕਾਲ ਕਿਸੇ ਦੀ ਨਾ ਕੋਈ ਕਾਲ ਆਈ, ਨਾ ਕੁਛ ਹੋਇਆ ਜੀ, ਕਿਸੇ ਦਾ ਕੋਈ ਬੰਦਾ ਨਹੀਂ, ਕੋਈ ਪੁਲਿਸ ਦਾ ਕੋਈ ਨਹੀਂ ਆਇਆ। ਸਰ, ਚਾਹੁੰਦੇ ਕੀ ਹੋ ਹੁਣ ਤੁਸੀਂ? ਕੀ ਬਣਨਾ ਚਾਹੀਦਾ? ਪ੍ਰਸ਼ਾਸਨ ਤੋਂ ਕੀ ਉਮੀਦ ਰੱਖਦੇ ਹੋ? ਮੈਨੂੰ ਪ੍ਰਸ਼ਾਸਨ ਤੇ ਥੋੜੀ ਜਿਹੀ ਉਮੀਦ ਇਹ ਹੈਗੀ ਹੈ ਕਿ ਮੇਰਾ ਸਹੀ ਫੈਸਲਾ ਕੀਤਾ ਜਾਏ, ਮੇਰੀ ਸੱਚਾਈ ਸਾਹਮਣੇ ਕੀਤੀ ਜਾਏ। ਬਾਕੀ ਮੈਨੂੰ ਥੋੜ੍ਹਾ ਜਿਹਾ ਇੱਕ ਡਾਊਟ ਹੈਗਾ ਜੀ, ਉਹਨਾਂ ਨੂੰ ਮੈਨੂੰ ਆਪਣੀ ਜਾਨ ਦਾ ਅਤੇ ਮੇਰੇ ਬੇਟੇ ਦੀ ਜਾਨ ਦਾ ਖਤਰਾ ਹੈਗਾ ਕਿ ਮੈਂ ਇੱਥੇ ਸਵੇਰੇ ਆਉਂਦਾ, ਸ਼ਾਮ ਨੂੰ ਰਾਤੀ 9 ਵਜੇ ਜਾਂਦਾ। ਮੈਨੂੰ ਜਾਨ ਦਾ ਆਪਣੀ ਖਤਰਾ ਹੈਗਾ, ਮੇਰੀ ਬੇਟੀ ਦੀ ਜਾਨ ਦਾ ਖਤਰਾ। ਉਹ ਹਮਲਾ ਕਦੇ ਵੀ ਕਰ ਸਕਦੇ, ਉਹਨਾਂ ਦੇ ਇੱਦਾਂ ਦੇ ਬੰਦੇ ਹੈਗੇ ਉਹਨਾਂ ਦੇ ਪਾਸ, ਉਹਨਾਂ ਦੇ ਘੱਟੋ ਘੱਟ 15-20 ਘਰ ਦੇ ਬੰਦੇ ਹੈਗੇ, ਜਿਨ੍ਹਾਂ ਤੋਂ ਮੈਨੂੰ ਬਹੁਤ ਜ਼ਿਆਦਾ ਖਤਰਾ ਕਿ ਅਸੀਂ ਰਾਤ ਨੂੰ ਕਿਸੇ ਟਾਈਮ ਵੀ ਉਹ ਸਾਡੇ 'ਤੇ ਹਮਲਾ ਕਰ ਸਕਦੇ ਹੈਗੇ। ਤੁਸੀਂ ਇਸ ਸੰਬੰਧੀ ਪ੍ਰਸ਼ਾਸਨ ਨੂੰ ਵੀ ਦੱਸਿਆ ਵੀ ਉਹ ਧਮਕੀਆਂ ਦਿੰਦੇ? ਪ੍ਰਸ਼ਾਸਨ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਜੀ, ਪ੍ਰਸ਼ਾਸਨ ਸਾਡੇ ਕੋਲ ਨਹੀਂ ਆਇਆ ਜੀ, ਕੋਈ ਨਾ ਸਾਡੀ ਉਹਨਾਂ ਦੇ ਨਾਲ ਕੋਈ ਗੱਲ ਹੋਈ ਹੈ। ਪ੍ਰਸ਼ਾਸਨ ਫਿਲਹਾਲ ਤੱਕ ਵੀ ਮੇਰੇ ਕੋਲ ਨਹੀਂ ਪਹੁੰਚਿਆ ਹੈਗਾ ਜੀ। ਤੇ ਇੱਦਾਂ ਗੱਲ ਹੋਈ ਹੈ ਜੀ, ਉਹਦਾ ਹੁਣ ਸਾਨੂੰ ਉਹਦਾ ਜਾਨ ਮਾਲ ਦਾ ਸਾਨੂੰ ਖਤਰਾ ਹੈਗਾ ਜੀ। ਰਾਤ ਨੂੰ ਆਉਂਦੇ ਵੀ ਸਾਨੂੰ ਉਹਨਾਂ 'ਤੇ ਸਿਕਿਉਰਿਟੀ ਦਿੱਤੀ ਜਾਏ, ਜਾਂ ਸਾਨੂੰ ਜਿਹੜਾ ਸਾਡਾ ਕੋਈ 19-21 ਗੱਲ ਹੁੰਦੀ ਹੈ, ਉਹਨਾਂ ਦੇ ਜ਼ਿੰਮੇਵਾਰ ਉਹ ਹੋਣਗੇ। ਜੇ ਕੱਲ੍ਹ ਨੂੰ ਰਸਤੇ 'ਚ ਕੋਈ 19-21 ਗੱਲ ਹੁੰਦੀ ਸਾਡੇ ਨਾਲ, ਤਾਂ ਉਹਨਾਂ ਦੇ ਜ਼ਿੰਮੇਵਾਰ ਉਹੀ ਹੋਣਗੇ ਜੀ, ਕਿਉਂਕਿ ਸਾਨੂੰ ਉਹਨਾਂ 'ਤੇ ਬਹੁਤ ਜ਼ਿਆਦਾ ਖਤਰਾ ਹੈਗਾ ਜੀ। ਹੋਇਆ ਸੀ ਇਸ ਦੇ ਇਲਾਵਾ ਅਸੀਂ ਗੱਲਬਾਤ ਦੂਸਰੀ ਧਿਰ ਨਾਲ ਵੀ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਇਸ ਲੜਾਈ ਦੇ ਬਾਰੇ, ਤੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਦੇ हैं कि उन्होंने। भाई साहब क्या नाम है ये आपका? मेरा नाम नूर खान है।
अच्छा, जो कल झगड़ा हुआ पहले उसके बारे में बताओ कि वजह क्या बनी झगड़े की। सर वजह वो है कि जो डम्मी खड़ी थी ना उसके ऊपर उन्होंने चप्पलें टांग दी। तो बात इतनी हुई कि चप्पल थोड़ा सा पीछे करके टांग लो जो डम्मी पे ना पड़े। तो उन्होंने बोला कि ठीक है जी हम पीछे कर लेते हैं। उस टाइम में बाजार खत्म हो गई, ये 10 बजे की बात है, सुबह या सुबह 10 बजे की। अच्छा। फिर वो अपनी दुकान में चले गए, हम अपनी दुकान में चले गए, अपने काम कर रहे हैं, कोई बात नहीं। उन्होंने बाद में 10:30 बजे के टाइम में उन्होंने 8-10 बंदे बुला लिए उन्होंने। अच्छा। 8-10 बंदे बुला करके अपने दुकान में बैठाए रखे। अब बैठाने के बाद में उधर ही चाय बन रही थी, चाय पी रहे थे और खा पी रहे थे। ठीक है, हम लोगों को नहीं पता कि वो लड़ने के लिए बुला रखा है, किस लिए बुला रहा है। ये छोटी सी बात पे कोई लड़ने के लिए तो नहीं बुलाएगा। हम अपने काम में, हमारे वर्कर जब देखा इन्होंने कि 1:30 बजे हैं, 1:30 बजे के टाइम में इन्होंने देखा कि इनके सारे बंदे सारे खाना खाने चले गए। कोई दुकान पे सिंगल बंदा है, तो चुप रहना, सिंगल बंदा है। फिर उसको इन्होंने बाहर बुलाया कि खान आप बाहर आना जरा, तो आपसे हमने बात करनी है। तो बोला कि ठीक है से हम आ रहा हूँ। तो वो बाहर जैसे दुकान से गए वैसे उन्होंने बाप बेटे दोनों थे, उनके जो और बुला रखे थे बंदे वो थे, सभी लाठी डंडे लेके निकल गए। ठीक है, निकलने के बाद में बजाबते कैमरे में दिख रहा है, वीडियो बनी हुई है, वो दिख रहा है कि हाँ वो बंदे लाठी लेके खड़े हुए हैं वहाँ। ठीक है, उसके बाद में इन्होंने थोड़ी सी कोई बात पूछी, उसके बाद में इन्होंने रड निकाल करके मार दिए बंदे के सिर पे मारने के बाद में। उनका क्या नाम है जिनके चोट लगी है? उसका नाम नजमुल हुदा खान है। अच्छा, वो हाँ। इस दुकान के सरपरस्त है, वो इस दुकान वो हम सब इकट्ठे ही चलाते हैं दुकान। वो अच्छा। मेरा छोटा भाई है, मैं बड़ा भाई हूँ, एक और मेरा भाई है। इकट्ठे बैठते हैं हम सब, कभी यहाँ हम बैठ गए, कभी वहाँ बैठ गए, कभी उधर बैठ गए, कभी उधर बैठ गए। अच्छा, ये सब हमारा फैमिली काम है, हम सब मिलजुल के करते हैं। ठीक है जी, हमारा किसी का कोई बटा हुआ काम नहीं है कि परमानेंट वही बैठता है। ठीक है, ये हमारा फैमिली का काम है, हम सब मिलजुल के काम करते हैं। ठीक है जी भाई, इतनी भी बात हुई और उन्होंने बंदे बुला लिए। उसके बाद में सारे रॉड लेकर के उसके सर पे मार दिया। आपका और भी नुकसान कोई किया? हाँ, वही पैसे पूछे थे वो निकाल के ले गए। कितने पैसे ले गए पता लगा कि पैसे? देख कम इतना तो गिनती नहीं कि हमारे सारे 4 दुकानें हैं, चारों दुकानों की सेल हम इकट्ठा करते हैं जी। होटल है हमारा, होटल के पैसे आते हैं जी। ठीक है जी, हमारे 22-23 कमरों का होटल है, उसके भी पैसे आते हैं जी। ठीक है, उसकी रोज की सेल होती है, इधर की सेल होती है, वो कुछ दुकानों की सेल होती है। फिर भी आइडिया कितना होगा? ये कुछ हम तो अभी भी देखोगे हमारे पंकल्ले में पड़ा रहता है, एनी टाइम 2-4 लाख तो एनी टाइम रहते हैं। हमने सारे पैसे करे, दिल्ली से हमारी पार्टी आने वाली तो उनको पेमेंट देनी थी। ठीक है, तो यहीं बैठा था वो कि आएगी तो हम दे देना है। ठीक है, यहीं थे। उसके बाद में इन्होंने कंप्लेंट लिखाई पैसे? हाँ, पैसे की लिखाई हुई है। अच्छा, यहाँ पे हमने फिर झगड़े लड़ाई हुए तो ये दोनों को तो पकड़ करके बाहर मारने लग गए। वो बंदा गिर गया, उसको तो उसको पता ही नहीं कि हाँ क्या, गले में चाबी यही थी, सब कुछ था। उन्होंने पता नहीं किस तरह लाइट बंद, उसके बाद में कैमरा चल रहा था, लाइट बंद कर दी, क्या कर दिया नहीं कर दिया। उसके बाद में गले में हम जब मामला ठंडा हुआ है तो देखे यहाँ पे पैसे नहीं थे हमारे। हाँ, पैसे नहीं थे। और अकेले पैसे गए? हाँ, पैसे गए हैं और कुछ नहीं है। डम्मी तोड़ दिया उन्होंने, डम्मी का हाथ तोड़ दिया, गिरा, धक्का मुक्की हुई है तो उसमें गिर के टूटा होगा। हाँ, अंदर और कुछ नहीं है। कपड़े उपड़े थोड़े बहुत गायब हुए होंगे, तो इसमें तो इतना कपड़ा होता है कि पता ही नहीं लगता कि क्या गायब हुआ है। ठीक है, तो लेके गए होंगे, इतना नहीं पता। लेकिन किनको लगी हैं? जो एक आपके वो, हाँ, एक मेरा भाई है। और किसको? ठीक है, एक ये इसको लगी है। उसके बाद में मेरी भाभी आई थी बाद में, तो हमारे भाभी के ऊपर भी हाथ चलाया है इन्होंने। अच्छा, हाँ, वो छुड़ाने लगी तो उनको भी थोड़ा सा 2-4 हाथ मारा है उन्होंने। ठीक है, प्रशासन के पास आपने क्या मांग उठाई है, क्या कहा है प्रशासन से? प्रशासन से हमने क्या कहा, हमने अभी प्रशासन ने हमारे को मेडिकल के लिए भेजा, मेडिकल कराए, उसके बाद में रिपोर्ट लिखा दिए। अब देखते हैं प्रशासन क्या करता है। कोई जानकारी हुई आगे, कोई पता लगा कुछ? नहीं, अभी कुछ नहीं है, जानकारी लग रही है। अच्छा, पैसे की आपने जो बताया है कि पैसे इतने, उसकी कोई सीसीटीवी फुटेज वगैरह? लाइट, अब उन्होंने जिसने ये करना होगा तो थोड़ी होगा, लाइट बंद कर दिया था, कैमरा बंद हो गया थी, उसके बाद टाइम में आके किया। अच्छा, उनको तो सब पता है ना, कि उनको पता है, बगल वाले को पता है कि एनी टाइम इनके पास पैसे होते हैं जी, इनका कई वो काम है। उनको पता था कि कैसे हो गया? हाँ, उनको पता है कि इनका सारा काम कैसे यहीं पे इकट्ठा होता है। ठीक है, हाँ जी। अब मांग क्या करते हो आप? मांग क्या करते हैं कि प्रशासन कार्रवाई करे उनके ऊपर। ठीक है, अब हमारे को उन्होंने मनी माजरे से 6-7 प्रधान
उस दिन शाम को बुला करके लेके आए। वो प्रधान उन्होंने हमको धमकी उमकी दे रहे थे। आप यहाँ परमानेंट रह रहे हो? हम तो परमानेंट यहीं रहते हैं जी, अच्छा, लेकिन वो प्रधान उधर से बुला के लेके आए थे, वो लोग धमकी उमकी दे रहे थे आपको? हाँ जी, ठीक है। यहाँ कोई नहीं, हम देख लेंगे बोलो। नहीं, उनका भी कहना है कि आप भी उनको कभी फोन फान किया है या कोई ऐसी कोई बातचीत कभी हुई है, कोई झगड़ा जुगड़ा? नहीं नहीं नहीं, हमने किसी को, हमारे पहले कैसा माहौल था आपका? पहले ठीक था जी हमारा, कभी उनके साथ तो हम जब से दुकान किए तब से तो एक ही जगह, ये बगल वाले वो बगल वाले, हाँ, ठीक कट्ठे है, खाना भी खाते रहे? खाना यही दोपहर को यहीं पे खाना खा लेते थे, इकट्ठे बैठ करके खा लेते थे जी, कोई हाँ। दिक्कत नहीं थी। हाँ, अब ये पता नहीं हमारा काम जब से मैंने ठीक ठाक चल रहा है, जब से ये बगल वाला, वो बगल वाला, एक बगल वाला, ये हाँ। तीनों का पता नहीं कैसी चीर हो गई रखी है कि तीनों हमारे से बहुत जलते हैं और बहुत मैंने ये करते हैं। अब जो आपका लड़का, आपका ब्रदर है, हाँ, वो छुट्टी होगी उसको? अभी तो छुट्टी हुई नहीं है, वो तो कल छुट्टी के बोला था कर देंगे, लेकिन बाद में फिर उन्होंने, डॉक्टर ने बोला कि नहीं, अभी एक बार हड्डी वाले डॉक्टर को दिखाएंगे, उसके बाद में छुट्टी करेंगे। ठीक ठीक है जी। ਜਦੋਂ ਇਸ ਸੰਬੰਧੀ SHO ਜੈਦੀਪ ਜਾਖੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਤੇ ਇਸ ਸੰਬੰਧੀ ਜਾਂਚ ਜਾਰੀ ਹੈ। ਉਹਨਾਂ ਇਹ ਵੀ ਦੱਸਿਆ ਕਿ ਦੋਵੇਂ ਧਿਰਾਂ ਦੇ ਵਿਅਕਤੀਆਂ ਦੇ ਇਸ ਝਗੜੇ ਦੌਰਾਨ ਸੱਟਾਂ ਵੀ ਲੱਗੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਜ਼ੇਰੇ ਇਲਾਜ ਹੈ। ਇਸ ਤੋਂ ਇਲਾਵਾ ਦੋਵੇਂ ਧਿਰਾਂ ਵੱਲੋਂ ਲਗਾਏ ਗਏ ਵੱਖ-ਵੱਖ ਇਲਜ਼ਾਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। CCTV ਕੈਮਰਿਆਂ ਦੀ ਫੁਟੇਜ ਵਗੈਰਾ ਵੀ ਚੈੱਕ ਕੀਤੀ ਜਾਵੇਗੀ। ਇਸ ਤੋਂ ਬਾਅਦ ਜਿਸ ਤਰ੍ਹਾਂ ਦੀ ਵੀ ਗੱਲਬਾਤ ਸਾਹਮਣੇ ਆਉਂਦੀ ਹੈ ਪੱਤਰਕਾਰਾਂ ਨਾਲ ਸਾਂਝੀ ਕੀਤੀ ਜਾਵੇਗੀ।